हेलो एवरीवन आई एम हरविंदर फ्रॉम पाथवे नर्सिंग प्रैप सेंटर। सो ਅੱਜ ਆਪਾਂ ਡਿਸਕਸ ਕਰਾਂਗੇ ਸਟ੍ਰੋਕ ਬਾਰੇ। ਸਟ੍ਰੋਕ ਐਨਕਲੈਕਸ ਦਾ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ, ਤੁਹਾਨੂੰ ਪੱਕਾ ਇਹਦੇ ਵਿੱਚ ਕੁਐਸਚਨਸ ਆਣਗੇ ਹੀ ਆਣਗੇ। ਤਾਂ ਸਟ੍ਰੋਕ ਵਿੱਚ ਆਪਾਂ ਕੀ ਡਿਸਕਸ ਕਰਾਂਗੇ, ਸਟ੍ਰੋਕ ਹੁੰਦਾ ਕੀ ਹੈ ਤੇ ਇਹਦੀਆਂ ਟਾਈਪਸ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ, ਇਹਦੇ ਵਿੱਚ ਆਪਾਂ ਮੈਡੀਸਿਨਸ ਕਿਹੜੀਆਂ ਦਿੰਨੇ ਆ ਤੇ ਆਪਾਂ ਨਰਸਿੰਗ ਇੰਟਰਵੈਂਸ਼ਨਸ ਕੀ ਕਰਦੇ ਆ। ਅੱਜ ਇਹ ਸਾਰੀਆਂ ਚੀਜ਼ਾਂ ਡਿਸਕਸ ਕਰਾਂਗੇ। ਸੋ ਲੈਟਸ ਟਾਕ ਅਬਾਊਟ ਦਿਸ। ਪਹਿਲੀ ਗੱਲ, ਸਟ੍ਰੋਕ ਹੁੰਦਾ ਕੀ ਹੈ? ਜਦੋਂ ਤੁਹਾਡੇ ਬ੍ਰੇਨ ਦੇ ਕਿਸੇ ਵੀ ਪਾਰਟ ਨੂੰ ਆਕਸੀਜਨ ਨਹੀਂ ਮਿਲਦੀ ਤਾਂ ਉਦੋਂ ਸਟ੍ਰੋਕ ਹੁੰਦਾ ਹੈ। ਇਹਦੀ ਦੀਆਂ ਦੋ ਟਾਈਪਸ ਹੁੰਦੀਆਂ ਹਨ, ਇਸਚੀਮਿਕ ਤੇ ਹੈਮਰੈਜਿਕ। ਜਿਹੜੀ ਇਸਚੀਮਿਕ ਆ ਉਹਦੇ ਵਿੱਚ ਬਲੱਡ ਵੈਸਲ ਦੇ ਵਿੱਚ ਕਲੌਟ ਬਣ ਜਾਂਦਾ, ਥ੍ਰੋਮਬਸ ਬਣ ਜਾਂਦਾ, ਜਿਹੜੇ ਕਿ ਨੈਕਸਟ ਪਾਰਟ ਨੂੰ ਬਲੱਡ ਸਪਲਾਈ ਬੰਦ ਹੋ ਜਾਂਦੀ ਹੈ ਤਾਂ ਸਟ੍ਰੋਕ ਹੁੰਦਾ। ਹੈਮਰੈਜਿਕ ਸਟ੍ਰੋਕ ਹੁੰਦਾ ਹੈ। ਹੈਮਰੈਜਿਕ ਮੀਨਸ ਹੈਮਰੇਜ ਹੋ ਜਾਂਦੀ ਹੈ, ਬਲੱਡ ਵੈਸਲ ਜਦੋਂ ਰਪਚਰ ਹੋ ਜਾਂਦੀ ਆ ਤਾਂ ਜਿਹੜਾ ਨੈਕਸਟ ਪਾਰਟ ਹੈ ਉਹਨੂੰ ਬਲੱਡ ਸਪਲਾਈ ਨਹੀਂ ਮਿਲਦੀ ਤਾਂ ਹੈਮਰੈਜਿਕ ਸਟ੍ਰੋਕ ਹੁੰਦਾ ਹੈ। ਨਾਓ ਸਾਈਨ ਐਂਡ ਸਿੰਪਟਮਸ ਸਟ੍ਰੋਕ। ਸਟ੍ਰੋਕ ਦੇ ਸਾਈਨ ਐਂਡ ਸਿੰਪਟਮਸ ਕੀ ਹੁੰਦੇ ਨੇ? ਤੁਹਾਨੂੰ ਕੀ ਪਤਾ ਲੱਗੂਗਾ ਕਿ ਪੇਸ਼ੈਂਟ ਨੂੰ ਸਟ੍ਰੋਕ ਹੋ ਰਿਹਾ, ਤੁਸੀਂ ਕਿੱਦਾਂ ਅਸੈਸ ਕਰੋਗੇ? ਇਹਦੇ ਵਿੱਚ ਪੇਸ਼ੈਂਟ ਦੀ ਸਡਨ ਆਰਮ ਡ੍ਰਿਫਟ ਹੁੰਦੀ ਆ, ਪੇਸ਼ੈਂਟ ਦੀ ਫੇਸ਼ੀਅਲ ਡਰੂਪ ਹੁੰਦੀ ਆ, ਮਾਸਕ ਲਾਈਕ ਫੇਸ ਹੋ ਜਾਂਦਾ ਇੱਕ ਸਾਈਡ ਤੋਂ, ਤਾਂ ਵਨ ਸਾਈਡਡ ਵੀਕਨੈਸ। ਇਹਦੇ ਵਿੱਚ ਆਪਾਂ ਇੱਕ ਨਿਮੋਨਿਕ ਯੂਜ਼ ਕਰਾਂਗੇ ਕਿ ਤੁਹਾਨੂੰ ਕਿੱਦਾਂ ਤੁਸੀਂ ਅਸੈਸ ਕਰਨਾ ਕਿ ਪੇਸ਼ੈਂਟ ਨੂੰ ਸਟ੍ਰੋਕ ਹੋ ਰਿਹਾ। ਇਹਦੇ ਵਿੱਚ ਕੀ ਆਪਾਂ ਯੂਜ਼ ਕਰਦੇ ਹਾਂ, ਬੀ ਫਾਸਟ। ਬੀ ਫਾਸਟ ਮੀਨਸ ਪੇਸ਼ੈਂਟ ਦਾ ਬੈਲੈਂਸ ਵਿਗੜਿਆ ਹੋਇਆ ਹੋਊਗਾ, ਆਈਜ਼ ਇਫੈਕਟ ਹੋਣਗੀਆਂ, ਪੇਸ਼ੈਂਟ ਕੰਪਲੇਂਟ ਕਰੇਗਾ ਕਿ ਉਹਨੂੰ ਬਲੱਡ ਵਿਜ਼ਨ ਹੋ ਰਹੀ ਆ, ਫੇਸ਼ੀਅਲ ਡਰੂਪਿੰਗ ਹੋਏਗੀ, ਈਦਰ ਸਾਈਡ ਆਰਮ ਡ੍ਰਿਫਟ ਹੋਏਗੀ। ਪੇਸ਼ੈਂਟ ਕਹੇਗਾ ਕਿ ਪਹਿਲਾਂ ਮੈਂ ਆਈ ਆਰਮ ਸਿੱਧੀ ਚੱਕ ਸਕਦਾ ਸੀ ਬਟ ਇਹ ਹੁਣ ਬਾਰ-ਬਾਰ ਥੱਲੇ ਡਿੱਗ ਰਹੀ ਹੈ, ਮੇਰੇ ਤੋਂ ਚੱਕ ਨਹੀਂ ਹੋ ਰਹੀ। ਸਪੀਚ ਜਿਹੜੀ ਹੋਏਗੀ ਉਹ ਸਲਰਡ ਹੋਏਗੀ। ਤੇ ਇਹਦੇ ਵਿੱਚ ਆਪਾਂ ਟਾਈਮ ਦਾ ਬਹੁਤ ਧਿਆਨ ਰੱਖਣਾ, ਆਪਾਂ ਇਮੀਡੀਏਟਲੀ ਐਕਟ ਕਰਨਾ ਹੈ। ਜੇ ਆਪਾਂ ਨੂੰ ਲੱਗ ਰਿਹਾ ਕਿ ਪੇਸ਼ੈਂਟ ਨੂੰ ਸਟ੍ਰੋਕ ਹੋ ਰਿਹਾ, ਇਮੀਡੀਏਟਲੀ 911 ਕਾਲ ਕਰਨੀ ਹੈ ਤੇ ਪੇਸ਼ੈਂਟ ਨੂੰ ਹਸਪੀਟਲ ਟ੍ਰਾਂਸਫਰ ਕਰਨਾ ਤਾਂ ਕਿ ਆਪਾਂ ਜਲਦੀ ਤੋਂ ਜਲਦੀ ਉਹਦੀ ਇੰਟਰਵੈਂਸ਼ਨਸ ਕਰੀਏ, ਤੁਹਾਨੂੰ ਟ੍ਰੀਟਮੈਂਟ ਦਈਏ ਤੇ ਫਰਦਰ ਉਹਨੂੰ ਪ੍ਰੀਵੈਂਟ ਕਰੀਏ। ਹੁਣ ਆਪਾਂ ਕਰਾਂਗੇ ਇਸਚੀਮਿਕ ਤੇ ਹੈਮਰੇਜਿਕ ਸਟ੍ਰੋਕ ਨੂੰ ਅੱਗੇ ਡਿਸਕਸ। ਫਸਟ ਆਫ ਆਲ ਇਸਚੀਮਿਕ ਸਟ੍ਰੋਕ, ਇਹਦੇ ਕਾਜ਼ਿਸ ਕੀ ਹੁੰਦੇ ਨੇ? ਇਹ ਹੁੰਦਾ ਕਦੋਂ, ਕਿੰਨਾ ਕਾਰਨਾਂ ਕਰਕੇ ਹੁੰਦਾ ਹੈਗਾ? ਜਿਹੜੀਆਂ ਕਿ ਫੀਮੇਲਸ ਓਰਲ ਕੰਟਰਾਸੈਪਟਿਵ ਜ਼ਿਆਦਾ ਯੂਜ਼ ਕਰਦੀਆਂ ਨੇ ਉਹਨਾਂ 'ਚ ਸਟ੍ਰੋਕ ਹੋਣ ਦੇ ਜ਼ਿਆਦਾ ਚਾਂਸਿਸ ਹੁੰਦੇ ਹਨ, ਕਿਉਂਕਿ ਜਿਹੜਾ ਓਰਲ ਕੰਟਰਾਸੈਪਟਿਵ ਹੁੰਦੀਆਂ ਉਹਦੇ ਵਿੱਚ ਇਸਟ੍ਰੋਜਨ ਲੈਵਲ ਜ਼ਿਆਦਾ ਹੁੰਦਾ। ਨੈਕਸਟ ਵਨ ਇਜ਼ ਸਮੋਕਿੰਗ। ਜਿਹੜੇ ਲੋਕ ਜ਼ਿਆਦਾ ਸਮੋਕ ਕਰਦੇ ਨੇ ਉਹ ਵੀ ਹਾਈ ਰਿਸਕ ਤੇ ਹੁੰਦੇ ਨੇ ਫॉर ਸਟ੍ਰੋਕ। ਡੀਵੀਟੀ, ਕੋਈ ਵੀ ਡਿਜ਼ੀਜ਼ ਇਦਾਂ ਦੀ ਜਿਹਦੇ ਵਿੱਚ ਤੁਹਾਡੀ ਲੱਤਾਂ ਵਿੱਚ ਕਲੌਟ ਬਣਿਆ ਹੋਇਆ, ਡੀਵੀਟੀ ਮਤਲਬ ਉਹ ਕਲੌਟ ਹੈ ਜਿਹੜਾ ਕਦੇ ਵੀ ਰਪਚਰ ਹੋ ਕੇ ਬਲੱਡ ਵੈਸਲਸ ਬ੍ਰੇਨ ਦੀਆਂ 'ਚ ਆ ਸਕਦਾ ਹੈ, ਜਿਹਦੇ ਨਾਲ ਸਟ੍ਰੋਕ ਹੋਣ ਦੇ ਚਾਂਸਿਸ ਵੱਧ ਜਾਂਦੇ ਆ। ਹਾਈ ਕੋਲੈਸਟਰੋਲ, ਪੇਸ਼ੈਂਟ ਦੀ ਜਿਹੜੀ ਡਾਈਟ ਹੈ ਉਹ ਆਲਰੇਡੀ ਜ਼ਿਆਦਾ ਹਾਈ ਕੋਲੈਸਟਰੋਲ ਵਾਲੀ ਡਾਈਟ ਲੈ ਰਿਹਾ ਹੈ, ਫੈਟੀ ਫੂਡ ਲੈ ਰਿਹਾ ਹੈ, ਤਾਂ ਉਹਦੇ ਵਿੱਚ ਸਟ੍ਰੋਕ ਹੋਣ ਦੇ ਜ਼ਿਆਦਾ ਚਾਂਸਿਸ ਹੁੰਦੇ ਨੇ, ਕਿਉਂਕਿ ਪੇਸ਼ੈਂਟ ਦੀ ਜਿਹੜੀਆਂ ਵੇਨਸ ਹੁੰਦੀਆਂ ਨੇ ਉਹਦੇ ਵਿੱਚ ਆਰਥੋਪਲੇਕ ਬਣ ਜਾਂਦੇ ਨੇ, ਇਸ ਕਰਕੇ ਥ੍ਰੋਮਬਸ ਬਣ ਜਾਂਦਾ ਤੇ ਇਟਸ ਅ ਹਾਈ ਰਿਸਕ ਫਾਰ ਸਟ੍ਰੋਕ। ਹੁਣ ਆਪਾਂ ਕਰਾਂਗੇ ਇੰਟਰਵੈਂਸ਼ਨਸ ਤੇ ਟ੍ਰੀਟਮੈਂਟ। ਇਸਚੀਮਿਕ ਸਟ੍ਰੋਕ ਵਿੱਚ ਆਪਾਂ ਕੀ ਕਰਦੇ ਹਾਂ? ਦੋਨਾਂ ਸਟ੍ਰੋਕ ਵਿੱਚ ਜਿਹੜੀਆਂ ਇੰਟਰਵੈਂਸ਼ਨਸ ਨੇ ਉਹ ਆਪਣੀਆਂ ਡਿਫਰੈਂਟ ਨੇਗੀਆਂ। ਪਹਿਲਾਂ ਆਪਾਂ ਕਰਾਂਗੇ ਇਸਚੀਮਿਕ ਸਟ੍ਰੋਕ। ਇਸਚੀਮਿਕ ਸਟ੍ਰੋਕ ਵਿੱਚ ਸਭ ਤੋਂ ਆਪਾਂ ਕੀ ਚੀਜ਼ ਦਿੰਦੇ ਆ? ਥ੍ਰੋਮਬੋਲਾਈਟਿਕਸ। ਕਿਉਂਕਿ ਜਿਹੜਾ ਇਸਚੀਮਿਕ ਸਟ੍ਰੋਕ ਇਹਦੇ ਵਿੱਚ ਥ੍ਰੋਮਬੋਸ ਬਣਦਾ ਹੈ, ਥ੍ਰੋਮਬੋਲਿਟਿਕਸ ਦਿੰਦੇ ਆ। ਥ੍ਰੋਮਬੋਲਿਟਿਕਸ ਮੀਨ ਜਿਹੜੀਆਂ ਥ੍ਰੋਮਬਸ ਨੂੰ ਤੋੜਦੀਆਂ ਨੇ ਉਹ ਵਾਲੀਆਂ ਡਰੱਗਸ ਦਿੰਦੇ ਆ। ਇਹ ਥ੍ਰੋਮਬੋਲਿਟਿਕਸ ਥ੍ਰੋਮਬਸ ਨੂੰ ਬ੍ਰੇਕ ਡਾਊਨ ਕਰਦੇ ਨੇ ਤਾਂ ਕਿ ਜਿਹੜੀ ਬਲੱਡ ਸਪਲਾਈ ਉਹ ਅੱਗੇ ਹੋਵੇ। ਜਿਹੜੀਆਂ ਵੀ ਡਰੱਗਸ ਐਂਡਿੰਗ ਵਿਦ ਏਜ਼ ਉਹਨਾਂ ਨੂੰ ਕਹਿੰਦੇ ਨੇ ਥ੍ਰੋਮਬੋਲਿਟਿਕਸ, ਜਿਵੇਂ ਕਿ ਐਲਟੀਪਲੇਸ, ਸਟ੍ਰੈਪਟੋਕਾਈਨੇਸ, ਯੂਰੋਕਾਈਨੇਸ, ਤੇ ਇਹਨੂੰ ਟੀਪੀਏ ਵੀ ਕਿਹਾ ਜਾਂਦਾ ਹੈ। ਇਹ ਡਰੱਗਸ ਦੇ ਥੋੜੇ ਜਿਹੇ ਸਾਈਡ ਇਫੈਕਟ ਨੇ। ਜਦੋਂ ਵੀ ਆਪਾਂ ਟੀਪੀਏ ਦੇਣਾ ਪੇਸ਼ੈਂਟ ਨੂੰ, ਕਈ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਗੱਲਾਂ ਦਾ। ਫਸਟ ਆਫ ਆਲ ਇਹ ਵਨ ਟਾਈਮ ਪੁਸ਼ ਡਰੱਗ ਹੈ, ਇਹਨੂੰ ਇਹ ਨਹੀਂ ਹੈਗਾ ਕਿ ਆਪਾਂ ਹਰ ਰੋਜ਼ ਦੇਵਾਂਗੇ। ਇਹ ਇੱਕ ਵਾਰੀ ਦੇਣੀ ਹੈ ਜਦੋਂ ਪੇਸ਼ੈਂਟ ਸਟ੍ਰੋਕ ਦਾ ਸਾਡੇ ਕੋਲ ਵਿਦਿਨ 3 to 4 ਆਵਰਸ ਆ ਰਿਹਾ ਉਦੋਂ ਦੇਣੀ ਹੈ, ਤੇ ਇਹਦਾ ਬੈਸਟ ਇਫੈਕਟ ਹੀ ਵਿਦਿਨ 3 to 4.5 ਆਵਰਸ ਵਿੱਚ ਆਉਂਦਾ ਹੈ। ਇਸ ਤੋਂ ਜੇ ਪੇਸ਼ੈਂਟ ਲੇਟ ਆ ਰਿਹਾ ਤਾਂ ਆਪਾਂ ਇਹ ਡਰੱਗ ਨਹੀਂ ਦੇ ਸਕਦੇ। ਸੈਕੰਡ, ਜਿਹੜਾ ਵੀ ਪੇਸ਼ੈਂਟ ਨੂੰ ਟੀਪੀਏ ਦੇ ਰਹੇ ਆ ਉਹਨੂੰ ਵੀ ਆਪਾਂ ਪ੍ਰਿਕ ਨਹੀਂ ਕਰਨਾ, ਕੋਈ ਏਬੀਜੀ ਨਹੀਂ ਕਰਨੀ, ਆਈਐਮ ਨਹੀਂ ਦੇ ਸਕਦੇ, ਸਬਕਿਊ ਇੰਜੈਕਸ਼ਨ ਨਹੀਂ ਦੇ ਸਕਦੇ, ਕਿਉਂਕਿ ਇਹ ਰਿਸਕ ਫॉर ਬਲੀਡਿੰਗ ਹੁੰਦਾ ਤੇ ਹੈਮਰੇਜ ਦੇ ਰਿਸਕ ਹੁੰਦੇ ਨੇ ਟੀਪੀਏ ਨਾਲ। ਦੈਨ ਦਿਸ ਡਰੱਗ ਇਜ਼ ਯੂਜ਼ਲੀ ਗਿਵਨ ਥਰੂ ਪੈਰੀਫਰਲ ਵੇਨਸ, ਕੈਨੂਲਾ। ਵੀ ਕੈਨੋਟ ਗਿਵ ਦਿਸ ਥਰੂ ਦੀ ਸੈਂਟਰਲ ਵੀਨਸ ਲਾਈਨ। ਆਪਾਂ ਸੈਂਟਰਲ ਵੀਨਸ ਲਾਈਨ ਤੋਂ ਨਹੀਂ ਦੇ ਸਕਦੇ, ਕਿਉਂਕਿ ਇਨ ਕੇਸ ਜੇ ਪੇਸ਼ੈਂਟ ਦੇ ਬਲੀਡਿੰਗ ਹੋਣ ਲੱਗ ਗਈ ਤਾਂ ਆਪਾਂ ਜਿਹੜੀ ਇੱਥੇ ਪ੍ਰੈਸ਼ਰ ਪਾਵਾਂਗੇ ਤਾਂ ਇੱਥੇ ਆਪਣੇ ਤੋਂ ਬਲੀਡਿੰਗ ਸਟਾਪ ਨਹੀਂ ਹੋਣੀ। ਸੋ ਹਮੇਸ਼ਾ ਜਿਹੜਾ ਆਪਾਂ ਟੀਪੀਏ ਦੇਣਾ ਹੈ ਪੈਰੀਫਰਲ ਲਾਈਨ ਤੋਂ ਦੇਣਾ ਹੈ, ਕੰਪਰੈਸਿਬਲ ਸਾਈਡ ਤੋਂ ਹੀ ਦੇਣਾ ਹੈ। ਇਹਦੇ ਵਿੱਚ ਆਪਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ? ਮੋਨੀਟਰ ਆਈਸੀਪੀ। ਜਿਹੜੇ ਵੀ ਪੇਸ਼ੈਂਟ ਨੂੰ ਆਪਾਂ ਥ੍ਰੋਮਬੋਲਿਟਿਕਸ ਦੇ ਰਹੇ ਹਾਂ, ਟੀਪੀਏ ਦੇ ਰਹੇ ਹਾਂ, ਉਹਦੇ ਵਿੱਚ ਆਪਾਂ ਇਨਕਰੀਜ਼ਡ ਕ੍ਰੈਨੀਅਲ ਪ੍ਰੈਸ਼ਰ ਦਾ ਧਿਆਨ ਰੱਖਣਾ, ਕਿਉਂਕਿ ਪੇਸ਼ੈਂਟ ਨੂੰ ਰਿਸਕ ਹੁੰਦੇ ਨੇ ਹੈਮਰੇਜ ਹੋਣ ਦੇ।
every and GCS Glasgow Coma Scale check करना patient ਦਾ every 2 hourly। always we have to give laxatives। patients ਨੂੰ laxative ਕਿਉਂ ਦੇਣੇ ਨੇ ਕਿਉਂਕਿ ਜਿਹੜੇ patients constipated ਹੋਣਗੇ ਉਹ ਜ਼ਿਆਦਾ strain ਕਰਨਗੇ ਤੇ ਉਹਨਾਂ ਵਿੱਚ again ICP ਵਧਣ ਦੇ chances ਹੁੰਦੇ ਨੇ ਤੇ hemorrhage ਹੋ ਸਕਦੀ ਹੈ। ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣਾ ਪਏਗਾ ਜਦੋਂ ਵੀ ਤੁਸੀਂ patient ਨੂੰ TPA ਦੇ ਰਹੇ ਹੋ। ਨੈਕਸਟ ਕੰਟਰਾਇੰਡੀਕੇਸ਼ਨਸ ਕੀ ਨੇ, ਆਪਾਂ ਜਿਹੜੀ ਇਹ ਥ੍ਰੋਂਬੋਲਿਟਿਕਸ ਨੇ ਜਾਂ ਪਲਾਜ਼ਮਾ ਥੈਰੇਪੀ ਕਦੋਂ ਨਹੀਂ ਦੇਵਾਂਗੇ, ਪੇਸ਼ੈਂਟ ਦੀ ਰੀਸੈਂਟ ਸਰਜਰੀ ਹੋਈ ਆ ਜਾਂ ਰੀਸੈਂਟ ਹਿਸਟਰੀ ਆ ਬਲੀਡਿੰਗ ਦੀ, ਕੋਈ ਵੀ ਡਿਸਆਰਡਰ ਆ ਬਲੀਡਿੰਗ ਰਿਲੇਟਡ, ਜਾਂ ਪੇਸ਼ੈਂਟ ਆਲਰੇਡੀ ਵਾਰਫਰਿਨ ਹੈਪਰਿਨ ਲੈ ਰਿਹਾ। ਦੈਨ next one is severe hypertension, patient the uncontrolled BP more than 170, then we cannot give TPA in these situations। next drug of choice ਕੀ ਨੇ, ਇਹਦੇ ਵਿੱਚ ਐਂਟੀਕੋਗੂਲੈਂਟਸ ਦਿੰਨੇ ਆ ਆਪਾਂ ਇਸਚੀਮਿਕ ਸਟ੍ਰੋਕ ਵਿੱਚ ਤੇ ਐਂਟੀਪਲੇਟਲੈਟਸ ਦਿੰਨੇ ਆ। ਐਂਟੀਕੋਗੂਲੈਂਟਸ ਕਿਹੜੀਆਂ ਨੇ, ਵਾਰਫਰਿਨ ਤੇ ਹੈਪਰਿਨ। ਇਹ ਆਲਰੇਡੀ ਜਿਹੜਾ ਫਰਦਰ ਪ੍ਰੀਵੈਂਟ ਕਰਦੀਆਂ ਨੇ ਵੀ ਕਲੌਟ ਨਾ ਬਣੇ, ਜਿਹੜਾ ਕਲੌਟ ਆਲਰੇਡੀ ਬਣਿਆ ਹੋਇਆ ਉਹਨੂੰ ਇਹ ਨਹੀਂ ਤੋੜ ਸਕਦੀਆਂ, ਬਟ ਇਹ ਪ੍ਰੀਵੈਂਟ ਕਰਦੀਆਂ ਕਿ ਅੱਗੇ ਹੋਰ ਕਲੌਟਸ ਨਾ ਬਣਨ। ਤੇ ਐਸਪਰਿਨ, ਐਂਟੀਪਲੇਟਲੈਟਸ, ਐਸਪਰਿਨ ਤੇ ਪਲੈਵਿਕਸ ਇਹ ਜਿਹੜੀਆਂ ਹੈਗੀਆਂ ਨੇ ਬਲੱਡ ਥਿਨਰ ਨੇ। ਜਿਹੜੇ ਪੇਸ਼ੈਂਟਸ ਨੂੰ ਆਪਾਂ ਲੱਗਦਾ ਹੈ ਕਿ ਰਿਸਕ ਫॉर ਕਲੌਟਿੰਗ ਹੈਗੇ ਨੇ ਤੇ ਉਹਨਾਂ ਨੂੰ ਆਪਾਂ ਇਹ ਬਲੱਡ ਥਿਨਰਸ ਦਿੰਨੇ ਤਾਂ ਕਿ ਉਹਦੇ ਵਿੱਚ ਕਲੌਟ ਨਾ ਬਣਨ। ਨੈਕਸਟ ਵਨ ਆਪਾਂ ਕਿਹੜੀ ਚੀਜ਼ ਦਾ ਧਿਆਨ ਰੱਖਣਾ, ਪੇਸ਼ੈਂਟ ਨੂੰ ਪੋਜੀਸ਼ਨਿੰਗ ਕਿਹੜੀ ਦੇਣੀ ਹੈ। ਇਹ ਪੇਸ਼ੈਂਟਸ ਨੂੰ ਆਪਾਂ ਸੁਪਾਈਨ ਜਾਂ ਟ੍ਰੈਂਡਨਬਰਗ ਪੋਜੀਸ਼ਨ ਦਿੰਨੇ ਆ ਕਿਉਂਕਿ ਪੇਸ਼ੈਂਟ ਦੇ ਜਿਹੜਾ ਇਸਚੀਮਿਕ ਸਟ੍ਰੋਕ ਹੋਇਆ ਉਹਦੀ ਆਕਸੀਜਨ ਬ੍ਰੇਨ 'ਚ ਸਪਲਾਈ, ਬਲੱਡ ਸਪਲਾਈ ਐਂਡ ਆਕਸੀਜਨ ਸਪਲਾਈ ਦੋਨੇ ਘਟੀਆਂ ਹੋਈਆਂ ਹੁੰਦੀਆਂ ਨੇ। ਤਾਂ ਪੇਸ਼ੈਂਟ ਨੂੰ ਆਪਾਂ ਜਿਹੜਾ ਹੈਡ ਐਂਡ ਉਹ ਨੀਚੇ ਕਰਾਂਗੇ ਤੇ ਫੁੱਟ ਐਂਡ ਰੇਜ਼ ਕਰਾਂਗੇ ਤਾਂ ਕਿ ਜਿਹੜਾ ਪੇਸ਼ੈਂਟ ਦੀ ਬਾਈ ਗ੍ਰੈਵਿਟੀ ਪੇਸ਼ੈਂਟ ਦਾ ਬਲੱਡ ਹੈਡ ਐਂਡ ਵੱਲ ਜ਼ਿਆਦਾ ਜਾਵੇ ਤਾਂ ਬ੍ਰੇਨ ਨੂੰ ਆਕਸੀਜਨ ਜ਼ਿਆਦਾ ਮਿਲੇ। ਪੇਟੈਂਟ ਏਅਰਵੇ ਰੱਖਣਾ ਪੇਸ਼ੈਂਟ ਦਾ ਆਪਾਂ ਹਮੇਸ਼ਾ ਧਿਆਨ ਰੱਖਣਾ, ABC ਮੇਨਟੇਨ ਕਰਨੀ ਹੈ ਪੇਸ਼ੈਂਟ ਦੀ। ਹੁਣ ਆਪਾਂ ਗੱਲ ਕਰਨੀ ਹੈ ਹੈਮਰੈਜਿਕ ਸਟ੍ਰੋਕ ਬਾਰੇ। ਹੈਮਰੈਜਿਕ ਸਟ੍ਰੋਕ ਤੁਹਾਨੂੰ ਜਿਵੇਂ ਦੱਸਿਆ ਸੀ ਕੀ ਹੁੰਦਾ ਹੈ, ਇਹ ਕਿਸੇ ਬਲੱਡ ਵੈਸਲ ਦੇ ਰਪਚਰ ਹੋਣ ਨਾਲ ਹੁੰਦਾ ਹੈਮਰੈਜਿਕ ਸਟ੍ਰੋਕ। ਇਹਦੇ ਕਾਜ਼ਿਸ ਕੀ ਨੇ, ਕੋਈ ਵੀ ਪੇਸ਼ੈਂਟ ਨੂੰ ਟਰਾਮਾ ਹੋਇਆ, ਪੇਸ਼ੈਂਟ ਦਾ ਫਾਲ ਹੋਇਆ, ਹੈਡ ਇੰਜਰੀ ਹੋਈ ਆ ਜਾਂ ਕੋਈ ਐਕਸੀਡੈਂਟ ਹੋਇਆ, ਪੇਸ਼ੈਂਟ ਨੂੰ ਸਵੀਅਰ ਹਾਈਪਰਟੈਂਸ਼ਨ ਆ ਜਾਂ ਸਟ੍ਰੈਸ ਆ। ਦੈਨ ਐਨਿਊਰਿਜ਼ਮ, ਐਨਿਊਰਿਜ਼ਮ ਇਹ ਕੰਡੀਸ਼ਨ ਹੁੰਦੀ ਕਿ ਜਿਹਦੇ ਵਿੱਚ ਜਿਹੜੀਆਂ ਬਲੱਡ ਵੈਸਲਸ ਹੁੰਦੀਆਂ ਨੇ ਬਹੁਤ ਜ਼ਿਆਦਾ ਵੀਕ ਹੋ ਚੁੱਕੀਆਂ ਹੁੰਦੀਆਂ ਤੇ ਉਹਨਾਂ ਦੇ ਰਪਚਰ ਹੋਣ ਦਾ ਜ਼ਿਆਦਾ ਰਿਸਕ ਹੁੰਦਾ ਹੈ। ਇਹਦੇ ਵਿੱਚ ਆਪਾਂ ਕੀ ਇੰਟਰਵੈਂਸ਼ਨਸ ਕਰਨੀਆਂ ਨੇ, ਜਿਹੜਾ ਵੀ ਪੇਸ਼ੈਂਟ ਹੈਮਰੇਜਿਕ ਸਟ੍ਰੋਕ ਨਾਲ ਸਾਡੇ ਕੋਲ ਆ ਰਿਹਾ, ਪੇਸ਼ੈਂਟ ਦੇ ਆਲਰੇਡੀ ਬਲੀਡਿੰਗ ਹੋ ਰਹੀ ਆ, ਰਪਚਰ ਹੋਈ ਵੀ ਆ ਬਲੱਡ ਵੈਸਲ, ਆਪਾਂ ਇਹਦੇ ਵਿੱਚ ਬਲੱਡ ਥਿਨਰਸ ਜਾਂ TPA ਜਾਂ ਥ੍ਰੋਂਬੋਲਿਟਿਕਸ ਨਹੀਂ ਦੇਵਾਂਗੇ ਕਿਉਂਕਿ ਹੋਰ ਜ਼ਿਆਦਾ ਬਲੀਡਿੰਗ ਕਰਨਗੀ ਆ ਤੇ ਹੈਮਰੇਜ ਦਾ ਰਿਸਕ ਵਧੇਗਾ। ਇਹ ਪੇਸ਼ੈਂਟ ਵਿੱਚ ਆਪਾਂ ਉਹ ਸਾਰੀਆਂ ਪ੍ਰੀਕਾਸ਼ਨਸ ਫੋਲੋ ਕਰਨੀਆਂ ਨੇ ਜਿਹੜੀਆਂ ਵੀ ਆਪਾਂ ਇਨਕਰੀਜ਼ ਇੰਟਰਾਕ੍ਰੇਨੀਅਲ ਪ੍ਰੈਸ਼ਰ ਵਾਲੇ ਪੇਸ਼ੈਂਟ ਵਿੱਚ ਕਰਾਂਗੇ ਕਿਉਂਕਿ ਬਲੀਡਿੰਗ ਆਲਰੇਡੀ ਜ਼ਿਆਦਾ ਹੋ ਰਹੀ ਹੈ ਪੇਸ਼ੈਂਟ ਆਲਰੇਡੀ ਰਿਸਕ ਤੇ ਹੈਗਾ ਇਨਕਰੀਜ਼ਡ ICP ਲਈ। ਇਹਦੇ ਪੇਸ਼ੈਂਟ ਵਿੱਚ ਆਪਾਂ ਸੈਮੀ ਫਾਉਲਰ ਹਾਈ ਫਾਉਲਰ ਪੋਜੀਸ਼ਨ ਦੇਵਾਂਗੇ, ਪੇਸ਼ੈਂਟ ਦੇ ਹੈਡ ਐਂਡ ਅਪ ਕਰਾਂਗੇ ਤਾਂ ਕਿ ਜਿਹੜਾ ਜ਼ਿਆਦਾ ICP ਵਧਿਆ ਹੋਇਆ ਪੇਸ਼ੈਂਟ ਜ਼ਿਆਦਾ ਬਲੀਡਿੰਗ ਹੋ ਰਹੀ ਹੈ ਸਿਰ 'ਚ ਉਹ ਸਾਰਾ ਬਲੱਡ ਵਿਦ ਅ ਗ੍ਰੈਵਿਟੀ ਤੁਹਾਡੀ ਬਾਡੀ ਨੂੰ ਨੀਚੇ ਨੂੰ ਡਰੇਨ ਹੋਵੇ। ਲੈਗਜ਼ੇਟਿਵਸ ਦੇਵਾਂਗੇ ਅਗੇਨ ਟੂ ਪ੍ਰੀਵੈਂਟ ਇਨਕਰੀਜ਼ਡ ICP। ਦੈਨ ਆਈ ਆਲਰੇਡੀ ਟੋਲਡ ਯੂ ਬਲੱਡ ਥਿਨਰਸ ਨਹੀਂ ਦੇਵਾਂਗੇ ਕਿਉਂਕਿ ਬਲੀਡਿੰਗ ਆਲਰੇਡੀ ਹੋ ਚੁੱਕੀ ਆ। ਹੁਣ ਤੁਹਾਨੂੰ ਕੁਐਸਚਨ ਕਿੱਦਾਂ ਦਾ ਆ ਸਕਦਾ ਹੈ, ਪੇਸ਼ੈਂਟ ਆ ਰਿਹਾ ਤੁਹਾਡੇ ਕੋਲੇ, ਉਹ ਕੰਪਲੇਨ ਕਰ ਰਿਹਾ ਕਿ ਉਹਦੀ ਬਾਂਹ ਨੀਚੇ ਡਿੱਗ ਰਹੀ ਆ, ਚੱਕ ਨਹੀਂ ਹੋ ਰਹੀ, ਮੀਨਸ ਆਰਮ ਡ੍ਰਿਫਟ ਹੋ ਰਿਹਾ, ਫੇਸ਼ੀਅਲ ਇੱਕ ਸਾਈਡ ਵੀਕਨੈਸ ਹੋ ਰਹੀ ਆ, ਵਨ ਸਾਈਡ ਬਾਡੀ ਵੀਕਨੈਸ ਹੋ ਰਹੀ ਹੈ, ਤੇ ਤੁਸੀਂ ਕੀ ਇੰਟਰਵੈਂਸ਼ਨਸ ਕਰੋਗੇ, ਤੁਹਾਡੀ ਫਰਸਟ ਨਰਸਿੰਗ ਪ੍ਰਾਇੋਰਟੀ ਕੀ ਹੋਏਗੀ। ਇਹਦੇ ਵਿੱਚ ਤੁਹਾਨੂੰ ਆਪਸ਼ਨਸ ਹੋਣਗੀਆਂ ਕਿ ਤੁਸੀਂ ਪੇਸ਼ੈਂਟ ਨੂੰ ਆਕਸੀਜਨ ਲਾਓਗੇ, ਪੇਸ਼ੈਂਟ ਨੂੰ ਪੋਜੀਸ਼ਨਿੰਗ ਦਿਓਗੇ, ਪੇਸ਼ੈਂਟ ਨੂੰ ਥ੍ਰੋਂਬੋਲਿਟਿਕਸ ਦਿਓਗੇ ਤੇ ਪੇਸ਼ੈਂਟ ਨੂੰ ਫਰਦਰ CT ਜਾਂ MRI ਲਈ ਭੇਜੋਗੇ। ਤੁਹਾਡਾ ਆਨਸਰ ਕੀ ਹੋਏਗਾ, ਪੇਸ਼ੈਂਟ ਨੂੰ CT ਜਾਂ MRI ਲਈ ਭੇਜਾਂਗੇ ਕਿਉਂਕਿ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਪੇਸ਼ੈਂਟ ਨੂੰ ਸਟ੍ਰੋਕ ਕਿਹੜਾ ਹੋਇਆ ਹੈ, ਇਹ ਇਸਚੀਮਿਕ ਹੋਇਆ ਕਿ ਹੈਮਰੇਜਿਕ ਹੋਇਆ। ਜੇ ਸਾਨੂੰ ਪਤਾ ਲੱਗੇਗਾ ਕਿ ਪੇਸ਼ੈਂਟ ਨੂੰ ਹੈਮਰੇਜਿਕ ਸਟ੍ਰੋਕ, ਆਪਾਂ ਉਹਦੇ ਅਕੋਰਡਿੰਗਲੀ ਇੰਟਰਵੈਂਸ਼ਨ ਕਰਾਂਗੇ ਕਿਉਂਕਿ ਦੋਨਾਂ ਦੀਆਂ ਇੰਟਰਵੈਂਸ਼ਨਸ ਡਿਫਰੈਂਟ ਨੇ। ਨਾਓ ਵੀ ਵਿਲ ਡਿਸਕਸ ਅਬਾਊਟ ਦੀ ਸਟ੍ਰੋਕ, ਇਟਸ ਅਬਾਊਟ ਦ ਲੋਕੇਸ਼ਨ। ਸਟ੍ਰੋਕ ਆਲਰੇਡੀ ਹੋ ਚੁੱਕਿਆ ਹੈ, ਹੁਣ ਸਟ੍ਰੋਕ ਬ੍ਰੇਨ ਦੇ ਕਿਸੇ ਵੀ ਪਾਰਟ ਵਿੱਚ ਹੋ ਸਕਦਾ ਹੈ, ਲੈਫਟ ਸਾਈਡ ਹੋ ਸਕਦਾ ਹੈਮੀਸਫੀਅਰ, ਬ੍ਰੇਨ ਹੈਜ਼ 2 ਹੈਮੀਸਫੀਅਰ ਲੈਫਟ ਐਂਡ ਰਾਈਟ, ਸੋ ਕਿਸੇ ਵੀ ਸਾਈਡ ਹੋ ਸਕਦਾ, ਲੈਫਟ ਸਾਈਡ ਤੇ ਰਾਈਟ ਸਾਈਡ। ਜੇ ਪੇਸ਼ੈਂਟ ਦੇ ਸਟ੍ਰੋਕ ਹੋ ਰਿਹਾ ਰਾਈਟ ਸਾਈਡਸ ਮੀਨਸ ਰਾਈਟ ਸਾਈਡ ਸਟ੍ਰੋਕ ਹੋ ਰਿਹਾ ਤਾਂ ਪੇਸ਼ੈਂਟ ਦੀ ਰਾਈਟ ਜਿਹੜਾ ਹੈਮੀਸਫੀਅਰ ਆਪਣਾ ਹੈ ਉਹ ਆਪਣੀ ਲੈਫਟ ਸਾਈਡ ਬਾਡੀ ਨੂੰ ਕੰਟਰੋਲ ਕਰਦਾ। ਜੇ ਪੇਸ਼ੈਂਟ ਦਾ ਰਾਈਟ ਸਾਈਡ ਸਟ੍ਰੋਕ ਹੋ ਰਿਹਾ ਇਹਦਾ ਮਤਲਬ ਕਿ ਪੇਸ਼ੈਂਟ ਦੀ ਲੈਫਟ ਸਾਈਡ ਆਫ ਦੀ ਬਾਡੀ ਅਫੈਕਟ ਹੋ ਰਹੀ ਆ। ਪੇਸ਼ੈਂਟ ਰਾਈਟ ਜਿਹੜਾ ਹੈਮੀਸਫੀਅਰ ਆ ਮੋਸਟਲੀ ਆਪਣਾ ਬਿਹੇਵੀਅਰ ਨੂੰ ਅਫੈਕਟ ਕਰਦਾ, ਇਹਦੇ ਵਿੱਚ ਆਪਣਾ ਬਿਹੇਵੀਅਰ ਅਫੈਕਟ ਹੋਏਗਾ। ਪੇਸ਼ੈਂਟ ਜਿਹੜਾ ਹੋਏਗਾ ਉਹ ਯੈਲ ਕਰੇਗਾ, ਅਗਰੈਸਿਵ ਲੈਂਗੁਏਜ ਯੂਜ਼ ਕਰੇਗਾ, ਇੰਪਲਸਿਵ ਹੋਏਗਾ, ਸਾਰਾ ਉਹਦਾ ਬਿਹੇਵੀਅਰ ਅਫੈਕਟ ਹੋਏਗਾ ਇਹਦੇ ਵਿੱਚ। ਲੈਫਟ ਸਾਈਡ ਆਫ ਬਾਡੀ ਵੀਕਨੈਸ ਹੋਏਗੀ,
ਲੈਫਟ ਸਾਈਡ ਪੈਰਾਲਾਈਸਿਸ ਹੋਏਗਾ, ਲੈਫਟ ਸਾਈਡ ਫੇਸ਼ੀਅਲ ਡਰੂਪਿੰਗ ਤੇ ਪੇਸ਼ੈਂਟ ਲੈਫਟ ਸਾਈਡ ਨੂੰ ਨੈਗਲੈਕਟ ਕਰੇਗਾ। ਜੇ ਲੈਫਟ ਸਾਈਡ ਸਟ੍ਰੋਕ ਹੋ ਰਿਹਾ ਹੈ, ਇਹਦਾ ਮਤਲਬ ਤੁਹਾਡੀ ਜਿਹੜਾ ਲੈਫਟ ਹੈਮੀਸਫੀਅਰ ਹੈ ਉਹ ਇਫੈਕਟ ਹੋ ਰਿਹਾ ਹੈ। ਲੈਫਟ ਹੈਮੀਸਫੀਅਰ ਆਪਣੀ ਰਾਈਟ ਸਾਈਡ ਆਫ ਬਾਡੀ ਨੂੰ ਕੰਟਰੋਲ ਕਰਦਾ, ਜਿਹੜੇ ਫਿਜ਼ੀਕਲ ਸਿੰਪਟਮਸ ਆਉਣਗੇ ਉਹ ਆਪਣੀ ਰਾਈਟ ਸਾਈਡ ਵੱਲ ਆਉਣਗੇ। ਲੈਫਟ ਜਿਹੜਾ ਹੈਮੀਸਫੀਅਰ ਆ ਉਹ ਮੇਨਲੀ ਕੀ ਕਰਦਾ ਕੰਟਰੋਲ, ਲੈਂਗੁਏਜ ਜਾਂ ਪਾਵਰ ਆਫ ਅੰਡਰਸਟੈਂਡਿੰਗ। ਇਹਦੇ ਵਿੱਚ ਆਪਾਂ ਇਹ ਰਿਮੈਂਬਰ ਰੱਖਣਾ ਕਿ ਐਲ ਫॉर ਲੈਫਟ, ਐਲ ਫॉर ਲੈਂਗੁਏਜ, ਇਹਦੇ ਵਿੱਚ ਆਰ ਫॉर ਰਾਈਟ, ਆਰ ਫॉर ਰੈਕਲੈਸ। ਰੈਕਲੈਸ ਮੀਨਸ ਰੈਕਲੈਸ ਬਿਹੇਵੀਅਰ ਹੋਏਗਾ ਪੇਸ਼ੈਂਟ ਦਾ। left for left hemisphere stroke and left for language, all the forms of communication patient ਦੀਆਂ verbal, non-verbal and understanding ਇਹਦੇ ਵਿੱਚ affect ਕਰਨਗੀਆਂ। ਰਾਈਟ ਸਾਈਡ ਆਫ ਦੀ ਬਾਡੀ ਪੈਰਾਲਾਈਸਿਸ ਹੋਏਗਾ, ਰਾਈਟ ਸਾਈਡ ਫੇਸ਼ੀਅਲ ਡਰੂਪਿੰਗ ਹੋਏਗੀ ਤੇ ਪੇਸ਼ੈਂਟ ਰਾਈਟ ਸਾਈਡ ਨੂੰ ਨੈਗਲੈਕਟ ਕਰੇਗਾ। ਹੁਣ ਸਟ੍ਰੋਕ ਹੋ ਚੁੱਕਿਆ ਹੈ, ਲੈਫਟ ਸਾਈਡ ਹੋ ਚੁੱਕਿਆ ਹੈ, ਰਾਈਟ ਸਾਈਡ ਹੋਵੇ, ਇਸਚੀਮਿਕ ਹੋਵੇ, ਹੈਮਰੇਜਿਕ ਹੋਵੇ, ਜਿਹੜੀਆਂ ਸਾਡੀਆਂ ਓਵਰਆਲ ਨਰਸਿੰਗ ਇੰਟਰਵੈਂਸ਼ਨਸ ਨੇ, ਤੁਹਾਨੂੰ ਉਹਦੇ ਤੇ ਕੁਐਸਚਨ ਆਣਗੇ, ਉਹਦੇ ਵਿੱਚ ਆਪਾਂ ਕੀ ਧਿਆਨ ਰੱਖਣਾ ਹੈ। ਪੇਸ਼ੈਂਟ ਨੂੰ ਸਟ੍ਰੋਕ ਹੋਇਆ ਹੋਇਆ, ਕੋਈ ਵੀ ਹੋ ਸਕਦਾ ਸਟ੍ਰੋਕ। ਇੰਟਰਵੈਂਸ਼ਨਸ ਕੀ ਨੇ? ਫਸਟ ਆਫ ਆਲ ਪੇਸ਼ੈਂਟ ਨੂੰ ਆਪਾਂ ਸੀਜ਼ਰ ਪ੍ਰੀਕਾਸ਼ਨਸ ਤੇ ਪਾਵਾਂਗੇ। ਸੀਜ਼ਰ ਪ੍ਰੀਕਾਸ਼ਨਸ ਪੇਸ਼ੈਂਟ ਨੂੰ ਮਤਲਬ ਵਨ ਸਾਈਡ ਦੇਵਾਂਗੇ ਤਾਂ ਕਿ ਉਹ ਐਸਪੀਰੇਟ ਨਾ ਕਰ ਸਕੇ। all the seizure precautions we have to follow। secondly ਆਪਾਂ fall precautions ਕਰਾਂਗੇ। ਪੇਸ਼ੈਂਟ ਇੱਕ ਸਾਈਡ ਤੇ ਆਲਰੇਡੀ ਵੀਕਨੈਸ ਹੋ ਚੁੱਕੀ ਹੈ, ਪੇਸ਼ੈਂਟ ਦਾ ਬੈਲੈਂਸ ਵਿਗੜ ਚੁੱਕਿਆ, ਤਾਂ ਆਪਾਂ ਨੂੰ fall precautions ਵੀ ਦੇਖਾਂਗੇ। ਨੈਕਸਟ ਪੇਸ਼ੈਂਟ ਨੂੰ NPO ਸਟੇਟਸ ਰੱਖਾਂਗੇ, ਕਿਉਂਕਿ ਪੇਸ਼ੈਂਟ ਐਸਪੀਰੇਟ ਕਰ ਰਿਹਾ, ਤੁਹਾਨੂੰ ਨਹੀਂ ਪਤਾ ਪੇਸ਼ੈਂਟ ਦੇ ਸਟ੍ਰੋਕ ਹੋਇਆ, ਪੇਸ਼ੈਂਟ ਉਸ ਸਾਈਡ ਤੋਂ ਸਵਾਲੋ ਵੀ ਨਹੀਂ ਕਰੇਗਾ, ਡਿਫੀਕਲਟੀ ਇਨ ਸਵਾਲਵਿੰਗ ਹੁੰਦੀ ਹੈ, ਡਿਸਫੇਜੀਆ ਹੁੰਦਾ ਇਹ ਵਾਲੇ ਪੇਸ਼ੈਂਟਸ ਨੂੰ। ਤੇ ਇਹਦੇ ਵਿੱਚ ਫਸਟ ਆਫ ਆਲ ਕੀ ਕਰਦੇ ਹਾਂ ਆਪਾਂ? SLP ਅਸੈਸਮੈਂਟ ਹੁੰਦੀ ਹੈ। SLP ਪੇਸ਼ੈਂਟ ਦੀ ਅਸੈਸਮੈਂਟ ਕਰਦਾ ਕਿ ਉਹ ਸਵਾਲੋ ਕਰ ਸਕਦਾ ਕਿ ਨਹੀਂ। ਨਰਸ RPN RN ਕਦੇ ਵੀ SLP ਅਸੈਸਮੈਂਟ ਨਹੀਂ ਕਰ ਸਕਦੀਆਂ। ਆਲਵੇਜ਼ SLP ਹੈਜ਼ ਟੂ ਡੂ, ਸਪੀਚ ਲੈਂਗੁਏਜ ਪੈਥੋਲੋਜਿਸਟ ਡੂ ਦੀ ਸਵਾਲਵਿੰਗ ਅਸੈਸਮੈਂਟ ਫॉर ਦੀ ਪੇਸ਼ੈਂਟ। ਪੇਸ਼ੈਂਟ ਨੂੰ ਆਪਾਂ ਨਾ ਤਾਂ ਸੋਲਿਡ ਫੂਡ ਦੇਣਾ, ਕਿਉਂਕਿ ਪੇਸ਼ੈਂਟ ਨੂੰ ਡਿਸਫੇਜੀਆ ਹੋਇਆ, ਪੇਸ਼ੈਂਟ ਡਿਫੀਕਲਟੀ ਇਨ ਸਵਾਲਵਿੰਗ ਆ, ਸੋਲਿਡ ਫੂਡ ਉਹ ਤੋਂ ਲੰਘੇਗਾ ਨਹੀਂ। ਨਾ ਹੀ ਲਿਕੁਇਡ ਫੂਡ ਦੇਣਾ, ਕਿਉਂਕਿ ਚਾਂਸਿਸ ਹੋਣਗੇ ਐਸਪੀਰੇਟ ਕਰਨ ਦੇ। ਤੇ ਇਹਨਾਂ ਵਿੱਚ ਪੇਸ਼ੈਂਟ ਵਿੱਚ ਆਪਾਂ ਪਿਊਰਿਡ ਤੇ ਸੈਮੀ ਸੋਲਿਡ ਫੂਡ ਦੇਵਾਂਗੇ। ਜਿਹੜਾ ਲਿਕੁਇਡ ਹੈ ਉਹ ਪੇਸ਼ੈਂਟ ਨੂੰ ਥਿਕਨ ਫਲੂਇਡਸ, ਥਿਕਨ ਏਜੰਟ ਆਉਂਦਾ ਉਹ ਵਿੱਚ ਘੋਲ ਕੇ, ਤਾਂ ਕਿ ਥੋੜਾ ਲਿਕੁਇਡ ਥਿਕ ਹੋ ਜੇ, ਉਹ ਵਾਲਾ ਆਪਾਂ ਲਿਕੁਇਡਸ ਦੇਣੇ ਪੇਸ਼ੈਂਟ ਨੂੰ। ਪੇਸ਼ੈਂਟ ਨੂੰ ਧਿਆਨ ਕੀ ਰੱਖਣਾ ਜਦੋਂ ਆਪਾਂ ਉਹਨੂੰ ਫੀਡ ਕਰਨਾ ਹੈ? ਪੇਸ਼ੈਂਟ ਨੂੰ ਕਹਿਣਾ ਕਿ ਥੋੜੀ ਆਪਣੀ ਨੈਕ ਆ ਉਹ ਫਲੈਕਸ ਕਰੇ ਥੱਲੇ ਨੂੰ, ਤਾਂ ਕਿ ਜਿਹੜਾ ਟਰੈਕੀਆ ਉਹ ਕਲੋਜ਼ ਹੋ ਜਾਵੇ, ਪੇਸ਼ੈਂਟ ਦਾ ਐਸਪੀਰੇਸ਼ਨ ਦਾ ਰਿਸਕ ਘਟ ਜਾਵੇ। ਤਾਂ ਨੈਕਸਟ ਟਾਈਮ ਜਦੋਂ ਹੋਰ ਇੱਕ ਗੱਲ ਕੀ ਕਹਿਣੀ ਹੈ, ਪੇਸ਼ੈਂਟ ਨੂੰ ਕਹਿਣਾ ਤੂੰ ਡਬਲ ਸਵਾਲੋ ਕਰ। ਜਿਵੇਂ ਪੇਸ਼ੈਂਟ ਨੇ ਇੱਕ ਬਾਈਟ ਆਲਰੇਡੀ ਅੰਦਰ ਲੰਘਾ ਲਈ ਹੈ, ਉਹਨੂੰ ਫਿਰ ਕਹਾਂਗੇ ਇੱਕ ਵਾਰੀ ਹੋਰ ਸਵਾਲੋ ਕਰੋ। ਮੇਕ ਸ਼ੋਰ ਕਰਨਾ ਕਿ ਪੇਸ਼ੈਂਟ ਚੰਗੀ ਤਰ੍ਹਾਂ ਸਵਾਲੋ ਕੀਤਾ, ਕਿ ਉਹਨੇ ਫੂਡ ਉਹਦੇ ਮੂੰਹ 'ਚ ਤਾਂ ਨਹੀਂ ਰਹਿ ਰਿਹਾ। ਦੈਨ ਇਟ ਵਿਲ ਬੀ ਅ ਰਿਸਕ ਫॉर ਐਸਪੀਰੇਸ਼ਨ ਇਫ ਦੇ ਆਰ ਹੋਲਡਿੰਗ ਫੂਡ ਇਨ देयर ਮਾਊਥ। ਸਡੇਟਿਵਸ ਨਹੀਂ ਯੂਜ਼ ਕਰਾਂਗੇ। ਪੇਸ਼ੈਂਟ ਦੀ ਫੀਡ ਟਾਈਮ, ਲੰਚ, ਬ੍ਰੇਕਫਾਸਟ, ਡਿਨਰ, ਕਦੇ ਵੀ ਉਸ ਤੋਂ ਪਹਿਲਾਂ ਆਪਾਂ ਸਡੇਟਿਵਸ ਨਹੀਂ ਦੇਣੇ, ਕਿਉਂਕਿ ਪੇਸ਼ੈਂਟ ਨੂੰ ਡਰਾਊਜ਼ੀ ਰੱਖਣਗੇ ਤਾਂ ਪੇਸ਼ੈਂਟ ਚੰਗੀ ਤਰ੍ਹਾਂ ਫੂਡ ਸਵਾਲੋ ਨਹੀਂ ਕਰੇਗਾ। ਇਹ ਇਟ ਵਿਲ ਬੀ ਐਨ ਅਗੇਨ ਇਨਕਰੀਜ਼ ਫॉर ਰਿਸਕ ਫॉर ਐਸਪੀਰੇਸ਼ਨ। ਆਫਟਰ ਫੀਡਿੰਗ ਕੀ ਕਰਨਾ? ਆਪਾਂ ਪੇਸ਼ੈਂਟ ਨੂੰ ਹਾਈ ਫਾਲੋਅਰ ਪੋਜੀਸ਼ਨ ਦੇਣੀ ਆ। ਜਿਹੜੇ ਪੇਸ਼ੈਂਟ ਨੂੰ ਤੁਸੀਂ ਫੀਡ ਕੀਤਾ, ਸਟ੍ਰੋਕ ਵਾਲਾ ਪੇਸ਼ੈਂਟ, ਉਹਨੂੰ ਕਦੇ ਵੀ ਨਾਲ ਦੀ ਨਾਲ ਬੈੱਡ ਆਪਾਂ ਫਲੈਟ ਨਹੀਂ ਕਰਨਾ, ਉਹਨੂੰ 1 ਘੰਟੇ ਤੱਕ ਹਾਈ ਫਾਲੋਅਰ ਪੋਜੀਸ਼ਨ ਦੇ ਕੇ ਰੱਖਣੀ ਹੈ, ਤਾਂ ਕਿ ਆਪਾਂ ਫਿਰ ਪ੍ਰੀਵੈਂਟ ਕਰ ਸਕੀਏ ਐਸਪੀਰੇਸ਼ਨ ਨੂੰ। ਸਟ੍ਰੋਕ ਵਾਲੇ ਪੇਸ਼ੈਂਟ ਨੂੰ ਕਦੇ ਵੀ RPN ਜਾਂ UCA ਫੀਡ ਨਹੀਂ ਕਰੇਗਾ, ਹਮੇਸ਼ਾ RN ਹੀ ਫੀਡ ਕਰੇਗੀ। ਇਹ ਵੀ ਤੁਹਾਨੂੰ ਕੁਐਸਚਨ ਆ ਸਕਦਾ ਹੈ ਕਿ ਪੇਸ਼ੈਂਟ ਨੂੰ ਸਟ੍ਰੋਕ ਹੋਇਆ, ਤੁਸੀਂ ਕਿਹਨੂੰ ਡੈਲੀਗੇਟ ਕਰੋਗੇ ਆਪਣਾ ਕੰਮ? ਤੁਸੀਂ RN ਹੈਜ਼ ਟੂ ਫੀਡ ਪੇਸ਼ੈਂਟ ਵਿਦ ਸਟ੍ਰੋਕ ਬਿਕੋਜ਼ ਇਟਸ ਅ ਕ੍ਰਿਟੀਕਲ ਪੇਸ਼ੈਂਟ। ਦੈਨ ਆਪਾਂ ਕਲਸਟਰ ਕੇਅਰ ਕਰਾਂਗੇ। ਕਲਸਟਰ ਕੇਅਰ ਮਤਲਬ ਕਿ ਪੇਸ਼ੈਂਟ ਨੂੰ ਤੁਹਾਨੂੰ ਡਾਕਟਰ ਨੇ ਕਾਫੀ ਜ਼ਿਆਦਾ ਕਹਿ ਰਿਹਾ ਵੀ ਇਹ ਵੀ ਕਰਨਾ, ਇਹਦੇ ਇੰਜੈਕਸ਼ਨ ਲਾਣਾ, IV ਲਾਣਾ, ਪੇਸ਼ੈਂਟ ਨੂੰ ਫਲੂਇਡ ਦੀ ਅਸੈਸਮੈਂਟ ਕਰਨੀ ਹੈ। ਆਪਾਂ ਇਹਨਾਂ ਤੇ ਜ਼ਿਆਦਾ ਟਾਈਮ ਸਪੈਂਡ ਨਹੀਂ ਕਰਾਂਗੇ, ਪੇਸ਼ੈਂਟ ਕਨਫਿਊਜ਼ ਹੋ ਜਾਂਦੇ ਨੇ। ਮਿਨੀਮਮ ਆਪਾਂ 30 ਮਿੰਟਸ ਵਿੱਚ ਕੇਅਰ ਪ੍ਰੋਵਾਈਡ ਕਰਾਂਗੇ ਪੇਸ਼ੈਂਟ ਨੂੰ। ਨੋ ADLs ਫॉर ਪੇਸ਼ੈਂਟ। ਆਪਾਂ ਪੇਸ਼ੈਂਟ ਲਈ ਕੋਈ ਵੀ ਕੰਮ ਨਹੀਂ ਕਰਨਾ, ਪੇਸ਼ੈਂਟ ਨੂੰ ਅਸਿਸਟ ਕਰਨਾ ਹੈਗਾ। ਜੇ ਉਹ ਜਿਹੜੀਆਂ ਬੇਸਿਕ ਉਹਦੀਆਂ ਐਕਟੀਵਿਟੀਜ਼ ਆਫ ਡੇਲੀ ਲਿਵਿੰਗ ਆ ਉਹਦੇ ਲਈ ਅਸਿਸਟ ਕਰਨਾ। ਪੇਸ਼ੈਂਟ ਜਿਵੇਂ ਕਿ ਬਰਸ਼ ਕਰ ਰਿਹਾ ਆਪਾਂ ਸਵੇਰੇ ਉਹਨੂੰ ਮਾਰਨਿੰਗ, ਤਾਂ ਇਹ ਨਹੀਂ ਹੈਗਾ ਕਿ ਆਪਾਂ ਪੇਸ਼ੈਂਟ ਲਈ ਬਰਸ਼ ਕਰਾਂਗੇ। ਆਪਾਂ ਪੇਸ਼ੈਂਟ ਨੂੰ ਬਰਸ਼ ਦੇਣਾ, ਉਹਨੂੰ ਦੱਸਣਾ, ਕਿਊਇੰਗ ਕਰਨਾ ਪੇਸ਼ੈਂਟ ਨੇ। ਇਹਦੇ ਵਿੱਚ ਆਪਾਂ ਉਹਨੂੰ ਕਿਊਜ਼ ਪ੍ਰੋਵਾਈਡ ਕਰਨੇ ਆ ਕਿ ਹੁਣ ਤੂੰ ਬਰਸ਼ ਕਰ, ਪੇਸਟ ਲਾਇਆ ਹੈ ਤਾਂ ਬਰਸ਼ ਕਰੇਗਾ, ਕੌਂਬ ਲਾ, ਉਹਨੇ ਹੱਥ ਵਿੱਚ ਦੇਣਾ, ਤਾਂ ਉਹਨੂੰ ਸਟਾਰਟ ਕਰਵਾਉਣਾ ਕੌਂਬਿੰਗ ਕਰਨੀ, ਦੈਨ ਦੇ ਗਨ ਡੂਇੰਗ। ਸੋ ਆਪਾਂ ਉਹਨਾਂ ਨੂੰ ਮੋਰ ਇੰਡੀਪੈਂਡੈਂਟ ਬਣਾਉਣਾ। ਇਹ ਨਹੀਂ ਹੈਗਾ ਕਿ ਉਹਨਾਂ ਦੇ ਆਪਾਂ ਕੰਮ ਕਰਨੇ ਆ। ਵੀ ਹੈਵ ਟੂ ਅਸਿਸਟ them and we have to provide them extra time so that they can finish their work. Now we will discuss the most important and complex step here. It's always approach patient from the weaker side, ਕਿਉਂਕਿ ਪੇਸ਼ੈਂਟ ਜਿਹੜੀ ਉਹਦੀ ਸਾਈਡ ਵੀਕ ਹੋ ਚੁੱਕੀ ਹੈ, ਜਿਹੜੀ ਸਾਈਡ ਦਾ ਪੈਰਾਲਾਈਸਿਸ ਹੋਇਆ, ਉਹ ਸਾਈਡ ਨੂੰ ਪੇਸ਼ੈਂਟ ਨੈਗਲੈਕਟ ਕਰ ਰਿਹਾ ਹੁੰਦਾ। ਇਹਦੇ ਵਿੱਚ ਆਪਾਂ ਪੇਸ਼ੈਂਟ ਨੂੰ ਆਲਵੇਜ਼ ਅਪਰੋਚ ਕਰਨਾ ਉਹਦੀ ਵੀਕਰ ਸਾਈਡ ਤੋਂ, ਤਾਂ ਕਿ ਪੇਸ਼ੈਂਟ ਨੂੰ ਪਤਾ ਲੱਗੇ, ਰਿਕੋਗਨਾਈਜ਼ ਕਰੇ ਕਿ ਉਹਦੀ ਇਹ ਵਾਲੀ ਸਾਈਡ ਵੀ ਕੰਮ ਕਰਦੀ ਹੈ, ਇਹ ਵਾਲੀ ਸਾਈਡ ਵੀ ਹੈਗੀ ਆ।
ਤਾਂ ਪੇਸ਼ੈਂਟ ਨੂੰ ਆਪਾਂ ਮੇਕ ਸ਼ੋਰ ਆਪਾਂ ਅਵੇਅਰ ਕਰਾਉਣਾ ਪੇਸ਼ੈਂਟ ਨੂੰ ਉਹਦੀ ਵੀਕ ਸਾਈਡ ਵਾਸਤੇ। ਇਹਦੇ ਵਿੱਚ ਆਪਾਂ ਇਹਦੇ ਵਿੱਚ ਕਈ ਐਕਸੈਪਸ਼ਨਸ ਨੇਗੀਆਂ, ਜਿਵੇਂ ਕਿ ਕਾਲ ਬੈਲ ਆਪਾਂ ਕਿੱਧਰ ਦੇਣੀ ਆ, ਸਾਰਾ ਹਰ ਕਿਸੇ ਲਈ ਸ਼ੋਰ ਨਹੀਂ ਹੋਏਗਾ। ਜਿਵੇਂ ਡਰੈਸਿੰਗ ਆਲਵੇਜ਼ ਵੀਕ ਫਰੋਮ ਅਪਰੋਚ ਫਰੋਮ ਵੀਕਰ ਸਾਈਡ ਮੀਨਸ ਸੈੱਲ ਫੋਨ ਜਿਹੜਾ ਪੇਸ਼ੈਂਟ ਦਾ ਆਪਾਂ ਵੀਕਰ ਸਾਈਡ ਰੱਖਾਂਗੇ, ਤਾਂ ਕਿ ਪੇਸ਼ੈਂਟ ਜਦੋਂ ਵੀ ਕਾਲ ਆਏਗੀ ਉਹਨੂੰ ਪਤਾ ਲੱਗੇ ਕਿ ਇੱਧਰਲੀ ਸਾਈਡ ਵੀ ਮੇਰੇ ਕੁਛ ਪਿਆ। ਡਰੈਸਿੰਗ ਕਰਨੀ ਹੈ ਜਦੋਂ ਪੇਸ਼ੈਂਟ ਦੀ ਬਾਂਹ ਪਵਾਉਣੀ ਹੈ, ਕਮੀਜ਼ ਸ਼ਰਟ ਪਵਾਉਣੀ ਹੈ, ਤਾਂ ਆਪਾਂ ਹਮੇਸ਼ਾ ਵੀਕ ਸਾਈਡ ਤੋਂ ਸਟਾਰਟ ਕਰਾਂਗੇ। ਪੇਸ਼ੈਂਟ ਨੂੰ ਕਮਿਊਨੀਕੇਸ਼ਨ ਕਰਨੀ ਆ, ਪੇਸ਼ੈਂਟ ਦੀ ਫੈਮਿਲੀ ਆਈ ਹੈ, ਡਾਕਟਰ ਕੋਈ ਗੱਲ ਕਰ ਰਿਹਾ, ਹਮੇਸ਼ਾ ਆਪਾਂ ਵੀਕ ਸਾਈਡ ਵੱਲ ਜਾ ਕੇ ਉਹਨੂੰ ਸਟਾਰਟ ਕਰਾਂਗੇ। ਤੁਹਾਨੂੰ ਇਸ 'ਤੇ ਕੁਐਸਚਨਸ ਆ ਸਕਦੇ ਨੇ ਕਿ ਪੇਸ਼ੈਂਟ ਨੂੰ ਸਟ੍ਰੋਕ ਹੋਇਆ, ਤੁਸੀਂ ਕਿਹੜੀ ਸਾਈਡ ਤੋਂ ਪੇਸ਼ੈਂਟ ਨੂੰ ਅਪਰੋਚ ਕਰੋਗੇ, ਕਿਹੜੀ ਸਾਈਡ ਉਹਨੂੰ ਫੂਡ ਰੱਖੋਗੇ, ਡਰੈਸ ਅਪ ਸਟਾਰਟ ਕਿਹੜੀ ਸਾਈਡ ਕਰਾਂਗੇ। then there are some exceptions for this rule and those are first call bell ਹਮੇਸ਼ਾ ਪੇਸ਼ੈਂਟ ਦੀ ਸਟਰੋਂਗ ਸਾਈਡ ਤੇ ਰੱਖਣੀ ਹੈ ਤਾਂ ਕਿ ਪੇਸ਼ੈਂਟ ਉਹਦਾ ਯੂਜ਼ ਕਰ ਸਕੇ ਇਨ ਕੇਸ ਦੇ ਨੀਡ ਇਟ। ਸਵਾਲਵਿੰਗ ਆਪਾਂ ਹਮੇਸ਼ਾ ਸਟਰੋਂਗ ਸਾਈਡ ਕਰਾਉਣੀ, ਕਿਉਂਕਿ ਵੀਕ ਸਾਈਡ ਤਾਂ ਪੇਸ਼ੈਂਟ ਅੱਗੇ ਸਵਾਲੋ ਹੀ ਨਹੀਂ ਕਰ ਪਾਏਗਾ। ਦੈਨ ਟਰਾਂਸਫਰਿੰਗ, ਜਦੋਂ ਵੀ ਪੇਸ਼ੈਂਟ ਨੂੰ ਆਪਾਂ ਚੇਅਰ ਤੋਂ ਜਾਂ ਬੈੱਡ ਤੋਂ ਟਰਾਂਸਫਰ ਕਰਨਾ, ਆਲਵੇਜ਼ ਸਟਰੋਂਗ ਸਾਈਡ ਪਹਿਲਾਂ ਰੱਖਣੀ ਆ। ਜਾਂ ਪੇਸ਼ੈਂਟ ਥੋੜਾ ਇੰਡੀਪੈਂਡੈਂਟ ਹੋ ਰਿਹਾ, ਤੁਰਨਾ ਸਟਾਰਟ ਕਰ ਰਿਹਾ, ਤਾਂ ਪੇਸ਼ੈਂਟ ਨੂੰ ਹਮੇਸ਼ਾ ਇਹ ਕਹਿਣਾ ਕਿ ਜਿਹੜਾ ਤੂੰ ਵੇਟ ਆ ਉਹ ਆਪਣੀ ਸਟਰੋਂਗ ਸਾਈਡ ਤੇ ਪਾਉਣਾ ਹੈਗਾ। ਦੈਨ ਹੈਮੀਅਨੋਪਸੀਆ ਕੀ ਹੁੰਦਾ, ਪੇਸ਼ੈਂਟ ਦੀ ਵਨ ਸਾਈਡ ਵਿਜ਼ਨ ਲਾਸ। ਇਹ ਕੰਡੀਸ਼ਨ ਵਿੱਚ ਆਪਾਂ ਪੇਸ਼ੈਂਟ ਨੂੰ ਆਲਵੇਜ਼ ਉਹਦੀ ਜਿਹੜੀ ਵਿਜ਼ਨ ਸਾਈਡ ਹੈਗੀ ਆ ਉਹਦੇ ਵਿੱਚ ਹੀ ਅਪਰੋਚ ਕਰਨਾ ਹੈ, ਨਾ ਕਿ ਜਿਹੜੀ ਵਿਜ਼ਨ ਸਾਈਡ ਲਾਸ ਵਾਲੀ ਉਹਦੇ ਅਪਰੋਚ ਕਰਨਾ ਹੈ। ਨਾਓ ਨੈਕਸਟ ਥਿੰਗ ਇਜ਼ ਦਾ ਕਮਿਊਨੀਕੇਸ਼ਨ। ਪੇਸ਼ੈਂਟ ਜਿਹੜੇ ਸਟ੍ਰੋਕ ਵਾਲੇ ਆ ਉਹਨਾਂ ਨਾਲ ਸਾਡੀ ਕਮਿਊਨੀਕੇਸ਼ਨ ਕਿੱਦਾਂ ਦੀ ਹੋਏਗੀ। ਫਸਟ ਆਫ ਆਲ ਵੀ ਹੈਵ ਟੂ ਯੂਜ਼ ਸਿੰਪਲ ਲੈਂਗੁਏਜ ਯੂਜ਼ ਕਰਨੀ ਆ, ਕੋਈ ਕੰਪਲੀਕੇਟਡ ਟੈਕਨੀਕਲ ਟਰਮਸ ਨਹੀਂ ਯੂਜ਼ ਕਰਨੀਆਂ। ਕਲੋਜ਼ ਐਂਡਡ ਕੁਐਸਚਨਸ ਪੁੱਛਣੇ ਨੇ, ਵੀ ਪੇਸ਼ੈਂਟ ਨੂੰ ਪੁੱਛ ਰਹੇ ਆ ਕਿ ਯੂ ਵਾਂਟ ਟੂ ਸਲੀਪ, ਯੂ ਵਾਂਟ ਟੂ ਗੋ ਬੈਕ ਟੂ ਬੈਡ, ਆਰ ਯੂ ਹੰਗਰੀ, ਸੋ ਜਸਟ ਯੈਸ ਔਰ ਨੋ ਵਾਲੇ ਕੁਐਸਚਨਸ ਪੁੱਛਣੇ ਨੇ। ਪੇਸ਼ੈਂਟ ਨੂੰ ਲਿਮਿਟਡ ਚੋਇਸਿਸ ਦੇਣੀਆਂ, ਅਗਰ ਪੇਸ਼ੈਂਟ ਨੂੰ ਆਪਾਂ ਚੋਇਸ ਦੇ ਰਹੇ ਹਾਂ ਕਿ ਕਿਹੜੀ ਸ਼ਰਟ ਪਾਉਣੀ ਹੈ, ਇਟ ਸ਼ੁੱਡ ਬੀ ਓਨਲੀ 2 ਚੋਇਸਿਸ। ਜਾਂ ਪੇਸ਼ੈਂਟ ਦੀ ਫੂਡ ਟਰੇ ਆ ਰਹੀ ਹੈ, ਲੰਚ ਆ ਰਿਹਾ, ਤੁਸੀਂ ਇਹ ਨਹੀਂ ਕਿ ਪੇਸ਼ੈਂਟ ਦੀ ਪੂਰੀ ਟਰੇ ਪੇਸ਼ੈਂਟ ਦੇ ਸਾਹਮਣੇ ਰੱਖ ਦੋਗੇ। ਹਰ ਇੱਕ ਚੀਜ਼ ਬਾਰ-ਬਾਰ ਪੇਸ਼ੈਂਟ ਦੇ ਸਾਹਮਣੇ ਰੱਖਣੀ ਹੈਗੀ ਤਾਂ ਪੇਸ਼ੈਂਟ ਇੱਕ ਚੀਜ਼ ਫਿਨਿਸ਼ ਕਰੇ। ਸੋ ਯੂ ਜਸਟ ਹੈਵ ਟੂ ਪ੍ਰੋਵਾਈਡ ਦੈਮ ਲਿਮਿਟਡ ਚੋਇਸਿਸ ਐਂਡ ਕੋਈ ਵੀ ਡਿਸਟਰੈਕਸ਼ਨਸ ਨਹੀਂ ਦੇਣੀਆਂ। ਪੇਸ਼ੈਂਟ ਨਾਲ ਤੁਸੀਂ ਜਾ ਰਹੇ ਹੋ ਰੂਮ 'ਚ ਗੱਲ ਕਰਨ, ਮੇਕ ਸ਼ੋਰ ਟੀਵੀ ਬੰਦ ਹੋਵੇ, ਰੌਲਾ ਨਾ ਪੈ ਰਿਹਾ ਹੋਵੇ, ਯੂ ਕੈਨ ਕਲੋਜ਼ ਦਾ ਡੋਰ, ਜਸਟ ਪੇਸ਼ੈਂਟ ਕੈਨ ਹੀਅਰ ਯੂ ਬੈਟਰ, ਸੋ ਨੋ ਡਿਸਟਰੈਕਸ਼ਨਸ। ਆਲਵੇਜ਼ ਫੇਸ ਟੂਵਰਡਸ ਦੀ ਪੇਸ਼ੈਂਟ ਐਂਡ ਯੂਜ਼ ਅ ਜੈਂਟਲ ਟੋਨ। ਹਮੇਸ਼ਾ ਪੇਸ਼ੈਂਟ ਦੇ ਸਾਹਮਣੇ ਖੜੇ ਹੋ ਕੇ ਗੱਲ ਕਰਨੀ ਹੈ, ਤੇ ਹਮੇਸ਼ਾ ਜੈਂਟਲ ਟੋਨ ਨਾਲ ਅਪਰੋਚ ਕਰਨਾ ਪੇਸ਼ੈਂਟ ਨੂੰ। ਇਹ ਨਹੀਂ ਕਿ ਪੇਸ਼ੈਂਟ ਨੂੰ ਤੁਸੀਂ ਉੱਚੀ ਆਵਾਜ਼ 'ਚ ਗੱਲ ਕਰੋਗੇ, they can still hear you. The only problem with them is the processing in their mind and the communication, but they can still hear what you are saying. So this is all about, we discussed about stroke today. Hope you understand the topic. Thank you.